ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਵੇਕਅਪ ਕਾਲ ਯਾਨੀ ਕਿ ਅਖਬਾਰਨਾਮਾ ਲੈ ਕੇ ਮੈਂ ਹਾਜ਼ਰ ਹਾਂ। ਸੋ ਗੱਲ ਕਰਦੇ ਹਾਂ ਯੂਐਸ ਟੂਡੇ ਦੀ। ਯੂਐਸ ਟੂਡੇ ਨੇ ਜਿਹੜੀ ਪਹਿਲੀ ਹੈਡਲਾਈਨ ਬਣਾਈ ਹੈ ਉਹ ਲਿਖਿਆ ਹੈ ਕੈਲੀਫੋਰਨੀਆ ਰਿਲੀਜ਼ ਐਥਨਿਕ ਡਾਟਾ ਔਨ ਵੈਕਸੀਨ, CDC ਰਿਲੀਜ਼ ਸਕੂਲ ਰੀਓਪਨਿੰਗ ਰੋਡ ਮੈਪ, ਲੇਟੈਸਟ ਕੋਵਿਡ-19 ਅਪਡੇਟਸ। ਲਗਾਤਾਰ ਮੈਂ ਦੇਖਿਆ ਸੀ ਕਿ ਜਦੋਂ ਮੈਂ ਕੱਲ੍ਹ ਵੀ ਗੱਲ ਕਰ ਰਿਹਾ ਸੀ ਕਿ ਇੱਕ ਕਾਸਟ ਡਿਸਕ੍ਰਿਮੀਨੇਸ਼ਨ ਜਾਂ ਇੱਥੇ ਇੰਡੀਆ ਦੇ ਵਿੱਚ ਕਾਸਟ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਔਰ ਜਦੋਂ ਅਸੀਂ ਇੰਡੀਆ ਤੋਂ ਬਾਹਰ ਦੀ ਗੱਲ ਕਰ ਰਹੇ ਹਾਂ, ਯੂਐਸਏ ਦੀ ਗੱਲ ਕਰ ਰਹੇ ਹਾਂ, ਉੱਥੇ ਕਲਰ ਡਿਸਕ੍ਰਿਮੀਨੇਸ਼ਨ ਜਿਹੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ। ਇੱਥੇ ਇਹ ਕਲੇਮ ਕੀਤਾ ਗਿਆ ਹੈ ਕਿ ਜਿਹੜੇ ਬਲੈਕ ਲੋਕ ਨੇ ਉਹਨਾਂ ਨੂੰ ਜਿਹੜੇ ਸ਼ਾਟ ਹੈ ਉਹ ਘੱਟ ਮਿਲ ਰਿਹਾ ਹੈ, ਤਕਰੀਬਨ ਕਿ ਜਿਹੜੇ ਗੋਰੇ ਨੇ ਉਹਨਾਂ ਨੂੰ ਮਿਲ ਰਿਹਾ। ਕੱਲ ਮੈਂ ਏਸ਼ੀਅਨ ਅਮਰੀਕਨਸ ਦੀ ਗੱਲ ਕਰ ਰਿਹਾ ਸੀ ਕਿ ਉਹ ਕਹਿੰਦੇ ਕਿ ਸਾਡੇ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ, ਉਹਨਾਂ ਦੇ ਉੱਤੇ ਰੇਸਿਜ਼ਮ ਦੇ ਅਟੈਕ ਹੋ ਰਹੇ ਨੇ, ਖਾਸ ਕਰਕੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕਿ 올ਡ ਸਿਟੀਜ਼ਨ ਨੇ, ਉਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਵੈਲ, ਜੇ ਮੈਂ ਗੱਲ ਕਰਾਂ ਤਾਂ ਇਸ ਨਿਊਜ਼ ਦੇ ਵਿੱਚ ਜੋ ਲਿਖਿਆ ਹੈ, ਪਹਿਲੀਆਂ ਦੋ ਲਾਈਨਾਂ ਪੜ੍ਹਨ ਦੇ ਨਾਲ ਹੀ ਕਲੀਅਰ ਹੋ ਜਾਂਦਾ ਹੈ। California release much awaited statewide race and ethnic data for COVID-19 Friday. And the results show that blacks so far account for just 2.8 of all people who have received at least one shot. ਤੁਸੀਂ ਜੇ ਗੱਲ ਕੀਤੀ ਜਾਵੇ ਕਿ ਜਿਹੜੇ ਕਾਲੇ ਲੋਕ ਨੇ, ਬਲੈਕ ਪੀਪਲਸ ਨੇ, ਉਹਨਾਂ ਨੂੰ ਜੇ ਗੱਲ ਕੀਤਾ ਜਾਵੇ ਤਾਂ ਸਿਰਫ 2.8% ਲੋਕਾਂ ਨੂੰ ਹਜੇ ਤੱਕ ਜਿਹੜਾ ਹੈ ਫਸਟ ਸ਼ਾਟ ਜਿਹੜਾ ਵੈਕਸੀਨ ਦਾ ਮਿਲਿਆ ਹੈ। ਔਰ ਜੇ ਇਹਦੀ ਕੰਪੈਰੀਜ਼ਨ ਅਸੀਂ ਦੂਸਰੇ ਲੋਕਾਂ ਦੀ ਗੱਲ ਕਰਦੇ ਹਾਂ, ਵਾਈਟਸ ਦੀ ਗੱਲ ਕਰਦੇ ਹਾਂ, ਤੇ ਵਾਈਟ ਹੈਵ ਰਿਸੀਵਡ ਨੀਅਰਲੀ 33% ਅਕੋਰਡਿੰਗ ਟੂ ਦ ਡਾਟਾ ਕਲੈਕਟਡ ਬਾय ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ। ਇੱਕ ਤਰੀਕੇ ਨਾਲ ਬਹੁਤ ਵੱਡੀ ਡਿਸਪੈਰਿਟੀ ਹੈ, ਬਹੁਤ ਵੱਡਾ ਅੰਕੜਾ ਹੈ, ਬਹੁਤ ਵੱਡੇ ਫਰਕ ਦੀ ਗੱਲ ਕਹਿ ਲਈਏ ਕਿ ਬਹੁਤ ਵੱਡਾ ਫਰਕ ਹੈ। ਐਥਨਿਕ ਗਰੁੱਪਸ ਦੀ ਗੱਲ ਕੀਤੀ ਜਾਵੇ ਤਾਂ ਐਥਨਿਕ ਗਰੁੱਪ ਜਿਹੜਾ ਹੈ ਉਹ ਹਮੇਸ਼ਾ ਪ੍ਰਾਇੋਰਟੀਜ਼ 'ਤੇ ਰਿਹਾ ਹੈ ਨਿਊਜ਼ ਦੇ ਲਈ, ਹਮੇਸ਼ਾ ਨਿਊਜ਼ ਬਣਦੀਆਂ ਰਹੀਆਂ ਨੇ ਐਥਨਿਕ ਗਰੁੱਪ ਦੇ ਲਈ। ਇਸ ਲਈ ਕੈਲੀਫੋਰਨੀਆ ਵਾਲਾ ਇਹ ਡਾਟਾ ਜਿਹੜਾ ਸੀ ਮੱਚ ਵੇਟਡ ਡਾਟਾ ਹੈ, ਔਰ ਇਹਨਾਂ ਦੇ ਜਿਹੜਾ ਡਿਪਾਰਟਮੈਂਟ ਆਫ ਹੈਲਥ ਹੈ ਉਹਨਾਂ ਨੇ ਇਹ ਡਾਟਾ ਰਿਲੀਜ਼ ਕੀਤਾ। ਇਸ ਤੋਂ ਇਲਾਵਾ ਜੇ ਵੱਖਰੇ ਵੱਖਰੇ ਸਬ ਪੁਆਇੰਟਸ ਦੀ ਗੱਲ ਕਰਾਂ ਤੇ ਅੱਗੋਂ ਉਹ ਵੀ ਬਹੁਤ ਡਿਟੇਲ ਦੇ ਨਾਲ ਦੱਸਿਆ ਹੋਇਆ ਹੈ ਕਿ ਦ ਡਾਟਾ ਡਿਡ ਨਾਟ ਇਮੀਡੀਏਟਲੀ ਐਕਸਪਲੇਨ ਦ disparity. It show also the Asian American who have received at least one vaccine dose account for 13.1, Latinos है 15.8 and multi-race ਜਿਹੜੇ ਨੇ ਉਹ 13.9 ਨੇ। ਮੈਂ ਅਮਰੀਕਾ ਦੀ ਜਦੋਂ ਗੱਲ ਕਰਦਾ ਹਾਂ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਅਮਰੀਕਾ ਇੱਦਾਂ ਦੀ ਸਟੇਟ ਹੈ ਜਾਂ ਅਮਰੀਕਾ ਇੱਦਾਂ ਦੀ ਕੰਟਰੀ ਹੈ ਜਿਹਨੂੰ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਉਹ ਅਮਰੀਕਨਸ ਨੇਟਿਵ ਹੈ। ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਪੰਜਾਬ ਦੇ ਵਿੱਚ ਚੰਡੀਗੜ੍ਹ ਹੈ, ਉੱਥੇ ਕੋਈ ਅਕਲੇਮ ਨਹੀਂ ਕਰ ਸਕਦਾ ਕਿ ਉਹ ਨੇਟਿਵ ਉੱਥੇ ਦਾ ਹੈ, ਕਿਉਂਕਿ ਜੇ ਉਹ ਨਹੀਂ ਆਇਆ ਉਹਦੀ ਪਿਛਲੀ ਪੁਸ਼ਤ ਆ ਸਕਦੀ ਹੈ, ਉਦੋਂ ਪਿਛਲੀ ਪੁਸ਼ਤ ਆਈ ਹੋ ਸਕਦੀ ਹੈ। ਐਵੇਂ ਹੀ ਅਮਰੀਕਾ ਦੇ ਨਾਲ ਹੈ। ਸੋ ਜਦੋਂ ਅਮਰੀਕਾ ਦੀ ਗੱਲ ਹੁੰਦੀ ਹੈ ਤਾਂ ਬਲੈਕ ਲਈ ਹੁੰਦੀ ਹੈ, ਏਸ਼ੀਅਨ ਅਮਰੀਕਨਸ ਦੀ ਹੁੰਦੀ ਹੈ, ਅਸੀਂ ਹੋਰ ਲੈਟੀਨੋਸ ਦੀ ਗੱਲ ਕਰਦੇ ਹਾਂ, ਮਲਟੀ ਰੇਸ ਦੀ ਗੱਲ ਕਰਦੇ ਹਾਂ, ਤੇ ਉਹ ਲਗਾਤਾਰ ਇੱਕ ਵੱਖਰਾ ਡਾਇਸਪੋਰਾ, ਇੱਕ ਵੱਖਰਾ ਸੈਗਮੈਂਟ ਆਫ ਪਾਪੂਲੇਸ਼ਨ ਬਣਦਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਕੈਲੀਫੋਰਨੀਆ ਹੈਜ਼ ਸੈਵਰਲ ਅਦਰ ਸਟੇਟਸ ਹੈਵ ਕਮ ਅੰਡਰ ਫਾਇਰ ਇਨ ਰੀਸੈਂਟ ਵੀਕ ਫॉर lagging behind in reporting data on how vaccinations are being delivered across the ethnic groups. ਲਾਈਕ ਇੱਕ ਬਹੁਤ ਵੱਡਾ ਜਿਹੜਾ ਇੱਕ ਡਾਇਸਪੋਰਾ ਹੈ, ਇੱਕ ਬਹੁਤ ਵੱਡਾ ਚੰਕ ਆਫ ਪਾਪੂਲੇਸ਼ਨ ਹੈ, ਐਥਨਿਕ ਗਰੁੱਪ, ਇਹਨਾਂ ਨੂੰ ਲੈ ਕੇ ਕੋਈ ਇੱਕ ਫੁੱਲ ਪ੍ਰੂਫ ਪਲਾਨ ਜਿਹੜਾ ਸਾਡੇ ਸਾਹਮਣੇ ਨਹੀਂ ਆ ਰਿਹਾ। ਸੋ ਲਗਾਤਾਰ ਇੱਕ ਕੰਸਰਨ ਨਿਊਜ਼ ਬਣੀ ਰਹੀ ਹੈ ਯੂਐਸ ਟੂਡੇ ਦੇ ਵਿੱਚ, ਔਰ ਇਸ ਵਾਰ ਯੂਐਸ ਟੂਡੇ ਨੇ ਇਸ ਨੂੰ ਆਪਣੀ ਹੈਡਲਾਈਨ ਬਣਾਇਆ ਹੈ। ਵੈਲ, ਇਸ ਤੋਂ ਇਲਾਵਾ ਜੇ ਯੂਐਸ ਟੂਡੇ ਦੀ ਗੱਲ ਕੀਤੀ ਜਾਵੇ ਤਾਂ ਯੂਐਸ ਟੂਡੇ ਨੇ ਜਿਹੜਾ ਇੰਪੀਚਮੈਂਟ ਦਾ 4th ਡੇ ਹੈ, ਯਾਨੀ ਕਿ ਇੰਪੀਚਮੈਂਟ ਦਾ ਡੇ ਜਿਹੜੇ ਨੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਆਪਣੇ ਹੈਡਲਾਈਨ ਬਣਾਇਆ ਹੈ। ਟੇਕ ਵੇਜ਼ ਫਰॉम ਇੰਪੀਚਮੈਂਟ ਟ੍ਰਾਇਲ, ਡਿਫੈਂਸ, ਰਿਸੈਸਡ ਸੀਨੇਟਰਸ ਕੁਐਸਚਨ ਪ੍ਰੋਸੀਕਿਊਟਰ ਐਂਡ ਟਰੰਪ ਲਾਇਰ। ਵੈਲ, ਕੱਲ ਜਿਹੜਾ ਟ੍ਰਾਇਲ ਹੋਇਆ, ਪ੍ਰੋਸੀਕਿਊਟਰ ਜਿਹੜੇ ਕਿ ਜਿਹੜੇ ਡਿਫੈਂਸ ਕਰ ਰਹੇ ਸੀ ਟਰੰਪ ਨੂੰ, ਉਹਨਾਂ ਨੇ ਲਗਾਤਾਰ ਇਹ ਕਿਹਾ ਕਿ ਇਹ ਇੱਕ ਤਰੀਕੇ ਦੇ ਨਾਲ ਅਨਕਨਸਟੀਟਿਊਸ਼ਨਲ ਹੈ, ਅਨਡੈਮੋਕ੍ਰੈਟਿਕ ਹੈ, ਕਿਉਂਕਿ ਜਦੋਂ ਕੋਈ ਬੰਦਾ ਰਿਟਾਇਰਡ ਹੋ ਜਾਏ ਤਾਂ ਉਸ ਨੂੰ ਇੰਪੀਚ ਕਰਨਾ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਦ ਲੀਗਲ ਟੀਮ ਡਿਫੈਂਡਿੰਗ ਫਾਰਮਰ ਪ੍ਰੈਜ਼ੀਡੈਂਟ ਡੋਨਾਲਡ ਟਰੰਪ had their turn in Senate impeachment trial on Friday, arguing that the House impeachment prosecutor were hypocritical in their case against Trump and his speech is protected by the First Amendment. ਲਗਾਤਾਰ ਜਿਹੜੇ ਲਾਇਰਸ ਨੇ, ਡਿਫੈਂਸ ਲਾਇਰ ਨੇ, ਕੱਲ੍ਹ ਉਹਨਾਂ ਨੇ ਆਪਣਾ ਰੈਪ ਕੀਤਾ, ਉਹਨਾਂ ਨੇ ਆਪਣਾ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਇੱਕ ਪ੍ਰੈਜੈਂਟੇਸ਼ਨ ਹੈ, ਇੱਕ ਆਪਣਾ ਪੁਆਇੰਟ ਹੈ, ਉਹਨੂੰ ਰੱਖਣ ਦੀ ਕੋਸ਼ਿਸ਼ ਕੀਤੀ, ਔਰ ਉਹਨਾਂ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਨ ਜਿਹੜੇ ਨੇ, ਜਾਂ ਫਿਰ ਇਹ ਕਹਿ ਲਓ ਕਿ ਸੈਨੇਟ ਜਿਹੜੇ ਨੇ, ਉਹ ਇੱਕ ਤਰੀਕੇ ਦੇ ਨਾਲ ਟੀਮ ਬਣਾ ਕੇ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਟਰੰਪ ਸਾਹਿਬ ਦਾ ਪੋਲੀਟੀਕਲ ਕਰੀਅਰ ਖਰਾਬ ਹੋ ਜਾਵੇ, ਔਰ ਉਹਨਾਂ ਨੇ ਇਸ ਚੀਜ਼ ਨੂੰ ਅਨਕਨਸਟੀਟਿਊਸ਼ਨਲ ਦੱਸਿਆ ਔਰ ਅਨਡੈਮੋਕ੍ਰੈਟਿਕ ਦੱਸਿਆ। ਪਰ ਅੱਜ ਫਿਰ ਦੇਖਦੇ ਹਾਂ ਕਿ ਕੀ ਇਸ ਦੇ ਉੱਤੇ ਹੁੰਦਾ ਹੈ, ਕਿਉਂਕਿ ਮੈਨੇਜਰ ਲਗਾਤਾਰ ਆਪਣੇ ਪੱਖ ਰੱਖ ਰਹੇ ਨੇ। ਦ ਡਿਫੈਂਸ ਦ ਟੀਮ ਯੂਜ਼ਡ fewer than the 3 of the 8-hour allow for the day and decided to forego their second day of arguments.
द ट्रायल then went into a question and answer session। ਵੈਲ ਲਗਾਤਾਰ ਅਮਰੀਕਨ ਦੀ ਹਿਸਟਰੀ ਦੇ ਵਿੱਚ ਇਹ ਵੀ ਹਿਸਟਰੀ ਬਣ ਰਹੀ ਹੈ ਕਿ ਇੰਪੀਚਮੈਂਟ ਜਿਹੜੀ ਹੈ ਉਹਦਾ ਜਿਹੜਾ ਇੱਕ ਕਹਿ ਲਈਏ ਕਿ ਪ੍ਰੋਸੈਸ ਹੈ, ਇੰਪੀਚਮੈਂਟ ਟਰਾਇਲ ਜਿਹੜਾ ਹੈ ਉਹ ਵੀ ਲਗਾਤਾਰ ਸੰਗੀਨ ਹੁੰਦਾ ਜਾ ਰਿਹਾ ਹੈ। ਫਿਲਹਾਲ ਜੇ ਇਸ ਤੋਂ ਇਲਾਵਾ ਗੱਲ ਕਰਾਂ ਤੇ 6 ਜਨਵਰੀ ਦੇ ਰਿਲੇਟਡ ਜਿਹੜਾ ਇੱਕ ਨਿਊਜ਼ ਛਪੀ ਹੈ, ਕੈਪੀਟਲ ਹਿੱਲ ਦੇ ਉੱਤੇ ਹੋਏ ਜਿਹੜੇ ਹਮਲੇ ਹੈ ਉਹਦੇ ਨਾਲ ਮਿਲਦੀ ਇੱਕ ਖਬਰ ਜਿਹੜੀ ਹੈ ਉਹ ਇਸ ਨਿਊਜ਼ਪੇਪਰ ਨੇ ਫਰੰਟ ਪੇਜ ਤੇ ਛਾਪੀ ਹੈ। Eugene Goldman highlighted as a hero during Capitol riot to be awarded Congressional Gold Medal। ਈਜਨ ਗੁਡਮੈਨ ਨੂੰ ਕਾਂਗਰਸ ਵੱਲੋਂ ਜਿਹੜਾ ਹੈ ਇੱਕ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਊਗਾ। ਵੈਲ ਇਸ ਨਿਊਜ਼ ਦੇ ਵਿੱਚ ਕੀ ਲਿਖਿਆ ਹੈ, ਦ ਸੈਨੇਟ ਫਰਾਈਡੇ ਯੂਨਾਨਿਮਸਲੀ ਪਾਸਡ ਲੈਜਿਸਲੇਸ਼ਨ ਟੂ ਅਵਾਰਡ ਕੈਪੀਟਲ ਪੁਲਿਸ ਆਫਿਸਰ ਈਜਨ ਗੋਡਮੈਨ with the Congressional Gold Medal, the highest civilian honor awarded by Congress। ਸੋ ਇੱਕ ਤਰੀਕੇ ਦੇ ਨਾਲ ਬਹੁਤ ਵਧੀਆ ਗੱਲ ਹੈ। ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ, ਜਿਨ੍ਹਾਂ ਲੋਕਾਂ ਨੂੰ ਡਿਫੈਂਡ ਕਰਨ ਦੇ ਚੱਕਰ ਦੇ ਵਿੱਚ, ਜਿਨ੍ਹਾਂ ਨੂੰ ਲੋਕਾਂ ਨੇ ਬਚਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਆਪਣੀ ਪਰਵਾਹ ਨਹੀਂ ਕੀਤੀ, ਉਹਨਾਂ ਨੂੰ ਉਹਨਾਂ ਦੇ ਬਣਦਾ ਸਨਮਾਨ ਹਰ ਮੁਲਕ ਦੇ ਵਿੱਚ ਮਿਲਣਾ ਚਾਹੀਦਾ ਹੈ। ਇਵੇਂ ਅਸੀਂ ਸਾਡੇ ਬਾਰਡਰ ਦੀ ਗੱਲ ਕਰ ਲਈਏ, ਯਾਨੀ ਕਿ ਇੰਡੀਅਨ ਬਾਰਡਰ ਦੀ ਗੱਲ ਕਰ ਲਈਏ, ਤੇ ਇੰਡੀਅਨ ਬਾਰਡਰਸ ਦੇ ਉੱਤੇ ਵੀ ਜਿਹੜੇ ਸਾਡੇ ਯੋਧੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਵੀ ਬਣਦਾ ਸਨਮਾਨ ਜਿਹੜਾ ਹੈ ਜ਼ਰੂਰ ਮਿਲਣਾ ਚਾਹੀਦਾ ਹੈ। ਵੈਲ ਇਹ ਸੀ ਹੈਡਲਾਈਨਸ। ਇਸ ਤੋਂ ਇਲਾਵਾ ਜੇ ਹੈਡਲਾਈਨ ਦੀ ਗੱਲ ਕਰਾਂ ਤੇ ਅਗਲੀ ਹੈਡਲਾਈਨ ਜਿਹੜੀ ਹੈ ਉਹ ਮੀਡੀਆ ਦੇ ਫੇਵਰ ਦੇ ਵਿੱਚ ਵੱਡੀ ਹੈਡਲਾਈਨ ਹੈ। ਵਾਈਟ ਹਾਊਸ ਡਿਪਟੀ ਪ੍ਰੈਸ ਸੈਕਟਰੀ ਸਸਪੈਂਡਡ ਫॉर ਅ ਵੀਕ ਆਫਟਰ ਥ੍ਰੈਟਨਿੰਗ ਰਿਪੋਰਟਰਸ ਓਵਰ ਸਟੋਰੀ। ਇੱਕ ਬਹੁਤ ਆਪਣੇ ਆਪ ਦੇ ਵਿੱਚ ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਥੋੜ੍ਹੇ ਦਿਨ ਪਹਿਲਾਂ ਚਾਈਨਾ ਦੇ ਵਿੱਚ BBC ਦਾ ਜਿਹੜਾ ਇੱਕ ਬੁਲੇਟਿਨ ਹੈ ਉਹ ਬੰਦ ਹੋ ਜਾਂਦਾ ਹੈ, ਜਿਹਨੂੰ ਪੂਰੀ ਦੁਨੀਆ ਨੇ ਕਿਹਾ ਸੀ ਕਿ ਇਹ ਬਹੁਤ ਮਾੜਾ ਕੰਮ ਹੈ ਔਰ ਇਹ ਇੱਕ ਤਰੀਕੇ ਦੇ ਨਾਲ ਮੀਡੀਆ ਨੂੰ ਉਹਦਾ ਕੰਮ ਕਰਨ ਤੋਂ ਰੋਕਣ ਦੀ ਗੱਲ ਹੈ ਔਰ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੇ ਉੱਤੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ। ਵੈਲ ਜਦੋਂ ਫਿਰ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ ਦੇ ਵਿੱਚ ਮੀਡੀਆ ਜਿਹੜਾ ਹੈ ਉਹ ਫ੍ਰੀ ਹੈ, ਇੰਡੀਪੈਂਡੈਂਟ ਹੈ ਔਰ ਲਗਾਤਾਰ ਆਪਣੇ ਐਥਿਕਸ ਦੇ ਉੱਤੇ ਕੰਮ ਕਰ ਰਿਹਾ ਹੈ। ਵਾਈਟ ਹਾਊਸ ਡਿਪਟੀ ਪ੍ਰੈਸ ਸੈਕਟਰੀ DJ Ducklock has been suspended for 1 week following a report that berated Politico reported last month। Press Secretary Jen Psaki announced Friday। ਉਹਨਾਂ ਨੇ ਜਿਹੜੇ ਪ੍ਰੈਸ ਦਾ ਭਾਈਚਾਰਾ ਸੀਗਾ ਉਹਨਾਂ ਦੇ ਨਾਲ ਇੱਕ ਤਰੀਕੇ ਨਾਲ ਮਿਸਬਿਹੇਵ ਕੀਤਾ ਔਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਖਬਰ ਦੇ ਵਿੱਚ ਦੱਸਿਆ ਔਰ ਉਹਨਾਂ ਨੂੰ 1 ਵੀਕ ਦੇ ਲਈ ਸਸਪੈਂਡ ਕਰ ਦਿੱਤਾ। ਵੈਲ ਇਹ ਸੀ US ਟੂਡੇ। ਅੱਗੇ ਵਧਦੇ ਹਾਂ ਤੇ ਦੇਖਦੇ ਹਾਂ ਵਾਲ ਸਟਰੀਟ ਜਰਨਲ ਨੇ ਕੀ ਲਿਖਿਆ। ਵੈਲ ਜਦੋਂ ਮੈਂ ਵਾਲ ਸਟਰੀਟ ਜਰਨਲ ਦੀ ਗੱਲ ਕਰਦਾ ਤਾਂ ਮੈਂ ਹਮੇਸ਼ਾ ਕਹਿੰਦਾ ਹੈ ਕਿ ਇਕਨੋਮਿਕਸ ਖਬਰਾਂ ਨੂੰ ਜਾਂ ਬਿਜ਼ਨਸ ਰਿਲੇਟਡ ਖਬਰਾਂ ਨੂੰ ਇਹ ਆਪਣੀ ਹੈਡਲਾਈਨ ਜ਼ਰੂਰ ਬਣਾਉਂਦੇ ਨੇ। ਫਿਲਹਾਲ ਇੱਕ ਵਾਰ ਫਿਰ ਤੋਂ ਇਹਨਾਂ ਨੇ ਬਿਜ਼ਨਸ ਰਿਲੇਟਡ ਖਬਰ ਜਿਹੜੀ ਹੈ ਸੋਸ਼ਲ ਸਾਈਟਸ ਨਾਲ ਮਿਲਦੀਆਂ ਖਬਰਾਂ ਜਿਹੜੀਆਂ ਨੇ ਉਹਨੂੰ ਹੈਡਲਾਈਨ ਬਣਾਇਆ ਹੈ। ਫੇਸਬੁੱਕ ਮੀਟਸ ਐਪਲ ਇਨ ਕਲੈਸ਼ ਆਫ ਦ ਟੈਕ ਟਾਈਟਨਸ, ਵੀ ਨੀਡ ਟੂ ਇਨਫਲਿਕਟ पेन। ਅਸੀਂ ਪਰਸਨਲੀ ਔਰ ਪ੍ਰੋਫੈਸ਼ਨਲੀ ਦੋਹੇ ਰਾਈਵਲਰ ਹਾਂ ਔਰ ਅਸੀਂ ਹਮੇਸ਼ਾ ਆਪਣੇ ਆਪ ਨੂੰ ਇੱਕ ਦੂਸਰੇ ਨੂੰ ਟੀਸ ਕਰਨ ਦੇ ਲਈ ਯਾਨੀ ਕਿ ਬਾਰ ਸੈੱਟ ਕਰਨ ਦੇ ਲਈ ਕੰਮ ਕਰਦੇ ਰਹਿੰਦੇ ਹਾਂ। ਇੱਕ ਹੈਲਦੀ ਕੰਪੀਟੀਸ਼ਨ ਹੁੰਦਾ ਹੈ ਕਿ ਅਸੀਂ ਇੱਕ ਬਾਰ ਤੋਂ ਬਾਅਦ ਦੂਸਰਾ ਬਾਰ, ਇੱਕ ਕੰਪੀਟੀਸ਼ਨ ਤੋਂ ਬਾਅਦ ਦੂਸਰਾ ਕੰਪੀਟੀਸ਼ਨ, ਇੱਕ ਗੋਲ ਤੋਂ ਬਾਅਦ ਦੂਸਰਾ ਗੋਲ ਜਿਹੜਾ ਹੈ ਸੈੱਟ ਕਰਦੇ ਰਹੀਏ। ਫਿਲਹਾਲ ਇਸ ਖਬਰ ਦੇ ਵਿੱਚ ਜੋ ਲਿਖਿਆ ਹੈ, CEO ਮਾਰਕ ਜ਼ਕਰਬਰਗ ਐਂਡ ਟਿਮ ਕੁਕ ਆਰ at odds over privacy, power and dueling vision of internet। Their rivalry is increasingly personal and public। ਲਗਾਤਾਰ ਉਹ ਪਰਸਨਲੀ ਐਂਡ ਪ੍ਰੋਫੈਸ਼ਨਲੀ ਰਾਈਵਲਰੀ ਨੂੰ ਬਿਲੀਵ ਕਰਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਪ੍ਰਾਈਵੇਸੀ ਦੇ ਲੈ ਕੇ, ਫੇਸਬੁੱਕ ਦੀ ਪ੍ਰਾਈਵੇਸੀ ਜਿਹੜੀ ਹੈ ਉਹਨੂੰ ਲੈ ਕੇ, ਐਪਲ ਦੀ ਜਿਹੜੀ ਪ੍ਰਾਈਵੇਸੀ ਪਾਲਿਸੀ ਹੈ ਉਹਨੂੰ ਲੈ ਕੇ ਬਹੁਤ ਚੰਗਾ ਕੰਮ ਕਰਾਂਗੇ ਤਾਂ ਜੋ ਦਵੇਂ ਬਾਰ ਸੈੱਟ ਹੋਣਗੇ। ਇਸ ਤੋਂ ਇਲਾਵਾ ਗੱਲ ਕਰਾਂ ਤੇ ਵਾਲ ਸਟਰੀਟ ਜਰਨਲ ਨੇ ਜਿਹੜਾ ਹੈ ਟਰੰਪ ਦੀ ਇੰਪੀਚਮੈਂਟ ਨੂੰ ਲੈ ਕੇ ਇੱਕ ਨਿਊਜ਼ ਹੈਡਲਾਈਨ ਜਿਹੜੀ ਹੈ ਬਣਾਈ ਹੋਈ ਹੈ। ਟਰੰਪ ਡਿਫੈਂਸ dismisses claims he incited Capitol riot। ਟਰੰਪ ਦੇ ਜਿਹੜੇ ਡਿਫੈਂਸ ਲਾਇਰ ਸੀ ਉਹਨਾਂ ਨੇ ਸਾਰੇ ਇਲਜ਼ਾਮ ਜਿਹੜੇ ਨੇ ਉਹਨਾਂ ਨੂੰ ਡਿਸਮਿਸ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਬਹੁਤ ਸਾਰੀਆਂ ਹੈਡਲਾਈਨਸ ਦੇ ਵਿੱਚ ਥੱਲੇ ਹੈਡਿੰਗ ਬਣਾ ਕੇ ਨਾ ਲਿਖਿਆ ਹੈ, ਡੋਨਾਲਡ ਟਰੰਪ impeachment defense lawyer called Democrats allegations patently absurd and said his exhortations to supporter to fight were standard political rhetoric। ਉਹਨਾਂ ਦੇ ਜਿਹੜੇ ਡਿਫੈਂਸ ਲਾਇਰ ਸੀ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਇਹ ਪੂਰਾ ਤਾਮਝਾਮ ਜਿਹੜਾ ਹੈ ਪੋਲੀਟੀਕਲ ਮੋਟੀਵੇਟਡ ਹੈ, ਇਹਦੇ ਵਿੱਚ ਟਰੰਪ ਦਾ ਕੋਈ ਹੱਥ ਨਹੀਂ ਹੈ। ਪਰ ਜਿਹੜੀ ਰਿਪੋਰਟ ਅਸੀਂ ਦੇਖ ਰਹੇ ਹਾਂ, ਟੈਸਟੋਨੋਮੀ ਜਿਹੜੀਆਂ ਰਿਲੀਜ਼ ਹੋ ਰਹੀਆਂ ਨੇ ਕੈਪੀਟਲ ਹਿੱਲ ਵੱਲੋਂ, ਲਗਾਤਾਰ ਮੈਨੇਜਰਸ ਜਿਹੜੇ ਨੇ ਉਹਨਾਂ ਦੇ ਉੱਤੇ ਗੱਲ ਕਰ ਰਹੇ ਨੇ, ਵੀਡੀਓਜ਼ ਦਿਖਾ ਰਹੇ ਨੇ, ਅਨਸੀਨ ਫੁਟੇਜ ਦੇਖ ਰਹੇ ਹਾਂ, ਟਾਈਮਲਾਈਨ ਅਸੀਂ ਦੇਖ ਰਹੇ ਹਾਂ, ਉਹ ਕੁਝ ਹੋਰ ਇਸ਼ਾਰਾ ਕਰ ਰਹੇ ਆ। ਫਿਲਹਾਲ ਗੱਲ ਕਰਦੇ ਹਾਂ ਇਹਦੇ ਹੈਡਿੰਗਸ ਦੀ। ਲੇਟੈਸਟ ਕੀ ਸੈਨੇਟਰ ਸੇਜ਼ देयर ਕੁਐਸਚਨਸ ਵਰ not answered। ਇਸ ਤੋਂ ਇਲਾਵਾ takeaways for 4th day of trial। trial grapples with incitement definitions। Trump lawyer call impeachment article bluntly unconstitutional। ਉਹਨਾਂ ਨੇ ਕਿਹਾ ਕਿ ਅਨਡੈਮੋਕ੍ਰੇਟ ਹੈ, ਅਨਕਨਸਟੀਟਿਊਸ਼ਨਲ ਹੈ ਕਿਉਂਕਿ ਜੋ ਬੰਦਾ ਰਿਟਾਇਰ ਹੋ ਜਾਂਦਾ ਹੈ ਤੇ ਉਹਨੂੰ ਕੋਈ ਵੀ ਤੁੱਕ ਨਹੀਂ ਬਣਦੀ ਕਿ ਉਹਦੇ ਉੱਤੇ ਇੰਪੀਚਮੈਂਟ ਦਾ ਮੁਕੱਦਮਾ ਚੱਲੇ। ਵੈਲ ਇਹ ਸੀ ਵਾਲ ਸਟਰੀਟ ਜਰਨਲ। ਇਸ ਤੋਂ ਅੱਗੇ ਵਧਦੇ ਹਾਂ ਨਿਊਯਾਰਕ ਟਾਈਮਸ ਨੇ ਕੀ ਲਿਖਿਆ।
ਵੈਲ ਮੈਂ ਗੱਲ ਕਰਾਂ ਨਿਊਯਾਰਕ ਟਾਈਮਜ਼ ਦੀ ਤਾਂ ਨਿਊਯਾਰਕ ਟਾਈਮਜ਼ ਨੇ ਵੀ ਲਗਾਤਾਰ ਇਸ ਦਾ ਫੋਲੋ ਅਪ ਲਿਆ ਹੈ, ਯਾਨੀ ਕਿ ਇੰਪੀਚਮੈਂਟ ਟ੍ਰਾਇਲ ਦਾ ਫੋਲੋ ਅਪ ਲਿਆ ਹੈ, ਉਹਨੂੰ ਬਹੁਤ ਡਿਟੇਲ ਦੇ ਨਾਲ ਛਾਪਿਆ ਹੈ। ਅੱਜ ਜਿਹੜਾ 4th ਡੇ ਇੰਪੀਚਮੈਂਟ ਦਾ ਉਹਨੂੰ ਵੀ ਇਹਨਾਂ ਨੇ ਆਪਣੇ ਫਰੰਟ ਪੇਜ ਦੇ ਉੱਤੇ ਜਗ੍ਹਾ ਦਿੱਤੀ ਹੈ। ਹੈਡਲਾਈਨ ਹੈ ਟਰੰਪ ਟੀਮਸ ਟੇਕ ਏਮ ਐਟ ਰਾਈਵਲਸ ਇਨ ਬਰੀਫ ਐਂਡ ਕੰਬੈਟਿਵ ਡਿਫੈਂਸ। ਇਹਨਾਂ ਨੇ ਜਿਹੜਾ ਲਗਾਤਾਰ ਕੰਬੈਟ ਡਿਫੈਂਸ ਨੂੰ ਜਿਹੜਾ ਹੈ ਜ਼ੋਰ ਦਿੱਤਾ ਹੈ। ਜਦੋਂ ਮੈਂ ਟਰੰਪ ਦੀ ਗੱਲ ਕਰਦਾ ਤੇ ਟਰੰਪ ਜਦੋਂ ਆਉਂਦੇ ਨੇ ਸੀਗੇ ਉਹ ਹਮੇਸ਼ਾ ਇੱਕ ਵਾਰ ਕਰਨ ਦੇ ਰੁਖ ਵਿੱਚ ਆਉਂਦੇ ਨੇ ਸੀ, ਔਰ ਉਵੇਂ ਦੀ ਹੀ ਜਿਹੜੀ ਹਲਚਲ ਹੈ ਉਹਨਾਂ ਦੇ ਲਾਇਰਸ ਵੱਲ ਦੇਖੀ ਹੈ ਕਿ ਲਾਇਰ ਜਿਹੜੇ ਆ ਰਹੇ ਨੇ ਉਹ ਇੱਕ ਆਰਗੂਮੈਂਟਡ ਜਿਹੜੀ ਕਨਵਰਸੇਸ਼ਨ ਹੈ ਉਹ ਲੈ ਕੇ ਆ ਰਹੇ ਨੇ, ਔਰ ਉਹ ਲਗਾਤਾਰ ਉਸ ਚੀਜ਼ ਦੇ ਉੱਤੇ ਜ਼ੋਰ ਵੀ ਦੇ ਰਹੇ ਨੇ। ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੇ ਹੈਡਿੰਗਸ ਬਣਾਏ ਨੇ। ਲਿਖਿਆ ਹੈ ਕਿ ਸੈਨੇਟਰ ਕੰਪਲੀਟਸ ਕੁਐਸਚਨਿੰਗ ਸੈਟਿੰਗ ਅਪ ਫਾਈਨਲ ਆਰਗੂਮੈਂਟ ਐਂਡ ਵੋਟ। ਜਿਹੜੇ ਸੈਨੇਟਰਸ ਨੇ ਉਹਨਾਂ ਦੇ ਵਿੱਚ ਬਹਿਸ ਦਾ ਜਿਹੜਾ ਦੌਰ ਹੈ, ਕੁਐਸਚਨ ਆਨਸਰਿੰਗ ਦਾ ਦੌਰ ਹੈ ਜਿਹੜਾ ਹੈ ਉਹ ਖਤਮ ਹੋ ਗਿਆ ਹੈ। ਹੁਣ ਬਹੁਤ ਜਲਦ ਜਿਹੜੀ ਹੈ ਫਾਈਨਲ ਵੋਟ ਹੋਏਗੀ ਇੰਪੀਚਮੈਂਟ ਨੂੰ ਲੈ ਕੇ। ਫਾਰਮਰ ਪ੍ਰੈਜ਼ੀਡੈਂਟ ਟਰੰਪਸ ਲਾਇਰ ਫੋਕਸਡ ਔਨ ਅਸੈਸਲਿੰਗ ਡੈਮੋਕ੍ਰੈਟਸ ਫॉर hypocrisy and hatred rather than justifying Mr. Trump's effort to overturn the elections. ਇਸ ਤੋਂ ਇਲਾਵਾ they rested their case without using even a quarter of the 16 hours available to them. ਇੱਕ ਹੋਰ ਹੈਡਿੰਗ ਜਿਹੜਾ ਬਣਿਆ ਹੈ ਉਹ ਵੀ ਪੜ੍ਹ ਰਿਹਾ। Question from a senator suggested the most Republican remained likely to vote for an acquittal. The trial resumes at 10 a.m. Eastern Time Saturday. ਅੱਜ ਜਿਹੜਾ ਹੈ ਉੱਥੇ ਈਸਟਰਨ ਟਾਈਮ ਦੇ ਅਕੋਰਡਿੰਗ ਸੈਟਰਡੇ ਦੁਬਾਰਾ ਟਰਾਇਲ ਜਿਹੜਾ ਸ਼ੁਰੂ ਹੋਏਗਾ ਔਰ ਵੋਟਿੰਗ ਹੋਣੀ ਸ਼ੁਰੂ ਹੋਏਗੀ। ਦੇਖਦੇ ਹਾਂ ਕੀ ਨਿਕਲ ਕੇ ਆਉਂਦਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਹੋਰ ਬਹੁਤ ਸਾਰੀਆਂ ਛੋਟੀਆਂ ਹੈਡਲਾਈਨਸ ਬਣਾਈਆਂ ਨੇ ਜਿਹਦੇ ਵਿੱਚ ਲਿਖਿਆ ਹੈ ਬਹੁਤ ਸਾਰਾ ਕੁਝ ਲਿਖਿਆ ਹੋਇਆ। ਲਿਖਿਆ ਹੇਅਰ ਆਰ 3 ਟੇਕਅਵੇਜ਼ ਫਰੋਮ ਫਰਾਈਡੇ ਇੰਪੀਚਮੈਂਟ ਪ੍ਰੋਸੀਡਿੰਗਸ। ਉਹ ਪੁਆਇੰਟ ਬਾਈ ਪੁਆਇੰਟ ਇਹਨਾਂ ਨੇ ਦੱਸੇ ਹੋਏ ਨੇ, ਤੁਸੀਂ ਉਹ ਪੜ੍ਹ ਸਕਦੇ ਹੋ ਜੇਕਰ ਤੁਸੀਂ ਬਹੁਤ ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਹੋ। ਇਸ ਤੋਂ ਇਲਾਵਾ ਦੇਖਦਾ ਹੈ ਕਿ ਵਾਸ਼ਿੰਗਟਨ ਪੋਸਟ ਨੇ ਕੀ ਲਿਖਿਆ ਹੈ। ਵੈਲ ਵਾਸ਼ਿੰਗਟਨ ਪੋਸਟ ਦੀ ਗੱਲ ਕਰਾਂ ਤੇ ਵਾਸ਼ਿੰਗਟਨ ਪੋਸਟ ਨੇ ਵੀ ਜਿਹੜੀ ਅੱਜ ਹੈਡਲਾਈਨ ਬਣਾਈ ਹੈ ਉਹ ਟਰੰਪ ਸਾਹਿਬ ਦੀ ਜਿਹੜੀ ਇੰਪੀਚਮੈਂਟ ਹੈ ਉਹਨੂੰ ਲੈ ਕੇ ਬਣਾਈ ਹੈ। ਟਰੰਪ ਲਾਇਰਸ ਹਿਟ ਟ੍ਰਾਇਲ ਐਜ਼ ਪੋਲੀਟੀਕਲੀ ਮੋਟੀਵੇਟਡ ਐਂਡ ਹੇਟਡ। ਮੈਂ ਬਹੁਤ ਵਾਰ ਕਹਿ ਚੁੱਕਾ ਹਾਂ ਕਿ ਉਹ ਕਹਿੰਦੇ ਨੇ ਕਿ ਇਹ ਇੱਕ ਤਰੀਕੇ ਨਾਲ ਕਿਸੇ ਪਰਟੀਕੂਲਰ ਬੰਦੇ ਦੇ ਖਿਲਾਫ ਹੇਟਡ ਜਿਹੜਾ ਹੈ ਉਹਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੀਜ਼ ਆਲ ਆਰ ਪੋਲੀਟੀਕਲ ਮੋਟੀਵੇਟਡ, ਤਾਂ ਜੋ ਕਿਸੇ ਇੱਕ ਬੰਦੇ ਦਾ ਕਰੈਕਟਰ ਜੋ ਹੈ ਉਹ ਖਤਮ ਹੋ ਜਾਏ ਔਰ ਉਸਦਾ ਪੋਲੀਟੀਕਲ ਕਰੀਅਰ ਵੀ ਖਤਮ ਹੋ ਜਾਏ। ਵੈਲ ਇਹਦੇ ਵਿੱਚ ਜਿਹੜੀ ਹੈਡਲਾਈਨਸ ਹੈ, ਜਿਹੜੀਆਂ ਸਬ ਹੈਡਲਾਈਨਸ ਹੈ, ਦ ਡਿਫੈਂਸ ਟੀਮ ਕੌਨਫੀਡੈਂਟ ਦੈਟ ਦ ਫਾਰਮਰ ਪ੍ਰੈਜ਼ੀਡੈਂਟ ਵਿਲ ਨਾਟ ਬੀ ਕਨਵਿਕਟਡ, ਯੂਜ਼ਡ ਅਪ ਲੈਸ ਦੈਨ 3 ਆਵਰਸ ਇਨ ਆਰਗੂਮੈਂਟ ਟੂ ਦ ਸੀਨੇਟ। ਉਹਨਾਂ ਨੇ ਬਹੁਤ 3 ਘੰਟੇ ਤੋਂ ਵੀ ਥੋੜ੍ਹਾ ਟਾਈਮ ਲਿਆ, ਜਦ ਕਿ ਉਹਨਾਂ ਨੂੰ 8 ਘੰਟੇ ਦਾ ਟਾਈਮ ਦਿੱਤਾ ਸੀਗਾ ਆਪਣੇ ਆਰਗੂਮੈਂਟ ਨੂੰ, ਆਪਣੀ ਪ੍ਰੋਸੀਡਿੰਗਸ ਨੂੰ ਕਰਨ ਦੇ ਲਈ। ਇਸ ਤੋਂ ਇਲਾਵਾ ਡੂਡਲਸ ਐਂਡ ਗਿਗਲਸ ਸਮ ਸੈਨੇਟਰਸ ਸਪੈਂਡ ਇੰਪੀਚਮੈਂਟ ਟ੍ਰਾਇਲ ਇਨ distraction. Democrats shook their heads in disbelief at Trump attorney while Republicans spent much of week barely discussing their contempt for the proceedings. ਸੋ ਵੈਲ ਇੱਕ ਤਰ੍ਹਾਂ ਦਾ ਮਿਕਸਚਰ ਹੈ। ਅੱਜ ਜਿਹੜਾ ਹੈ ਉਹ ਸ਼ਾਇਦ ਕੁਝ ਕਲੀਅਰ ਹੋਏਗਾ ਕਿ ਕੀ ਹੋਏਗਾ। ਵੈਲ ਇਹ ਸੀ ਵਾਸ਼ਿੰਗਟਨ ਪੋਸਟ। ਹੁਣ ਮੈਂ ਵੱਧਦਾ ਹਾਂ ਇੰਡੀਅਨ ਨੈਸ਼ਨਲ ਵੱਲ, ਉਹਨਾਂ ਨੇ ਕੀ ਲਿਖਿਆ ਹੈ। ਵੈਲ ਜੇ ਇੰਗਲਿਸ਼ ਟ੍ਰਿਬਿਊਨ ਦੀ ਗੱਲ ਕੀਤੀ ਜਾਵੇ ਤਾਂ ਇੰਗਲਿਸ਼ ਟ੍ਰਿਬਿਊਨ ਨੇ ਜਿਹੜਾ ਹੈਡਲਾਈਨ ਬਣਾਈ ਹੈ ਉਹ ਚਾਈਨਾ ਦੇ ਨਾਲ ਜਿਹੜਾ ਸਾਡੀ ਸਮਝੌਤਾ ਹੈ, ਚਾਈਨਾ ਦੇ ਨਾਲ ਜਿਹੜਾ ਪੁੱਲ ਬੈਕ ਆਰਮੀਜ਼ ਹੋਈਆਂ ਨੇ ਉਹਨਾਂ ਨੂੰ ਲੈ ਕੇ ਹੈਡਲਾਈਨ ਬਣਾਈ ਹੈ। ਲਿਖ ਰਹੇ ਨੇ ਟੈਂਕਸ ਟੂ ਸ਼ਿਫਟ 20 ਕਿਲੋਮੀਟਰ ਫਰੋਮ ਪੁੱਲ ਬੈਕ ਸਾਈਡਸ। ਡਿਫੈਂਸ ਮਿਨਿਸਟਰੀ ਸੇਜ਼ ਨੋ ਟੈਰੀਟਰੀ ਸੀਡਡ ਇਨ ਡਿਸੇਂਜਮੈਂਟ ਪ੍ਰੋਸੈਸਡ ਐਟ ਪੈਂਗੋਂਗ TSO। ਅਸੀਂ ਦੇਖਿਆ ਸੀ ਕਿ ਲਗਾਤਾਰ ਫਿੰਗਰ 3 ਔਰ ਫਿੰਗਰ 8 ਦੇ ਵਿੱਚ ਜਿਹੜੀ ਜ਼ਮੀਨ ਸੀਗੀ ਉਹਦੇ ਤੋਂ ਜਿਹੜਾ ਨੋ ਮਨ ਲੈਂਡਸ ਆ, ਜਿੱਥੇ ਕੋਈ ਵੀ ਜਿਹੜਾ ਰਿਕਰੂਟ ਨਹੀਂ ਹੋ ਸਕਦਾ, ਕੋਈ ਵੀ ਉੱਥੇ ਗਸ਼ਤ ਨਹੀਂ ਕਰ ਸਕਦਾ, ਉਸ ਤੋਂ ਜਿਹੜਾ ਹੈ ਲਗਾਤਾਰ ਇਹਨਾਂ ਨੇ ਸਾਡੇ ਇੰਡੀਅਨਸ ਨੇ ਵੀ ਆਪਣੀ ਆਰਮੀ ਉੱਥੋਂ ਹਟਾ ਲਈ ਸੀ ਔਰ ਉਸ ਤੋਂ ਬਾਅਦ ਚਾਈਨਾ ਨੇ ਵੀ ਆਰਮੀ ਹਟਾ ਲਈ ਸੀ। ਇਹ ਖਬਰਾਂ ਆ ਰਹੀਆਂ ਸੀ। ਹੁਣ ਖਬਰ ਇਹ ਲੇਟੈਸਟ ਖਬਰ ਇਹ ਹੈ ਕਿ ਦੋਹਾਂ ਨੇ ਜਿਹੜਾ ਹੈ 20 ਕਿਲੋਮੀਟਰ ਪੁੱਲ ਬੈਕ ਕਰ ਲਿਆ ਹੈ, 20 ਕਿਲੋਮੀਟਰ ਬੈਕ ਆ ਚੁੱਕੇ ਨੇ ਆਪਣੇ ਟੈਂਕਸ ਲੈ ਕੇ, ਆਪਣਾ ਲਕਸ਼ਰ ਤਾਮਝਾਮ ਲੈ ਕੇ। ਵੈਲ ਇਸ ਖਬਰ ਨੂੰ ਮੈਂ ਬਰੀਫਲੀ ਪੜ੍ਹਾਂ ਤੇ ਲਿਖ ਰਹੇ ਨੇ even as the debate is ranging about the implications of Indian Army, a tank vacated the strategic height south of the Pangong TSO in eastern Ladakh. The ground reality is that these tanks would be located at their home base less than 20 kilometer from the site being vacated now. So well ਇੱਕ ਵੱਡੀ ਨਿਊਜ਼ ਹੈ। ਵੈਲ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕਿ ਇਹਦੇ ਉੱਤੇ ਡਿਫੈਂਸ ਕੀ ਕਹਿ ਰਿਹਾ ਹੈ, ਉਹ ਵੀ ਦ ਟ੍ਰਿਬਿਊਨ ਨੇ ਹੈਡਲਾਈਨ ਬਣਾਈ ਹੈ। ਡਿਫੈਂਸ ਲਿਖ ਰਿਹਾ ਹੈ PM ਹੈਜ਼ ਸੀਡਡ ਦ ਲੈਂਡ ਟੂ ਦ ਚਾਈਨਾ ਸੇਜ਼ ਰਾਹੁਲ ਲਗਾਤਾਰ ਕਲੇਮਡ ਕਰ ਰਹੇ ਨੇ ਕਿ ਇਹ ਜਿਹੜੀ ਖਬਰ ਆ ਰਹੀ ਹੈ ਇਹ ਗਲਤ ਹੈ, ਇਹਦੇ ਵਿੱਚ ਕੁਝ ਸੱਚ ਨਹੀਂ ਹੈ ਔਰ ਉਸ ਤੋਂ ਬਾਅਦ ਡਿਫੈਂਸ ਮਿਨਿਸਟਰੀ, ਹੋਮ ਮਿਨਿਸਟਰੀ ਨੂੰ ਕਲੈਰੀਫਿਕੇਸ਼ਨ ਦੇਣੀ ਪੈਂਦੀ ਹੈ। ਵੈਲ ਇਹਨਾਂ ਨੇ ਬਹੁਤ ਸਾਰੀਆਂ ਹੈਡਲਾਈਨਸ ਬਣਾਈਆਂ ਨੇ, ਬਹੁਤ ਸਾਰੇ ਸਬ ਪੁਆਇੰਟਸ ਬਣਾਏ ਨੇ। ਰਾਹੁਲ ਗਾਂਧੀ ਸਪੋਜ਼ਰ ਵਾਈ ਹੈਜ਼ PM ਗਿਵਨ ਅ ਏਰੀਆ ਬਿਟਵੀਨ ਫਿੰਗਰ 3 and 4? Why have the Indian troops been asked to vacate Kailash Heights? Why has not China withdrawn the Dispang and Gogia?
ਐਂਡ ਉਸ ਤੋਂ ਗਵਰਨਮੈਂਟ ਨੇ ਜਿਹੜਾ ਰਿਸਪੌਂਸ ਦਿੱਤਾ ਹੈ ਉਹ ਵੀ ਇਹਨਾਂ ਨੇ ਛਾਪਿਆ ਹੈ ਕਿ LAC ਯਾਨੀ ਕਿ ਲਾਈਨ ਆਫ ਐਕਚੁਅਲ ਕੰਟਰੋਲ ਐਜ਼ ਅ ਪਾਰਲੀਮੈਂਟ ਇੰਡੀਅਨ perception is a figure 8 and not figure 4. India has not ceded any territory as a result of LAC agreement yani ki line of actual control agreement to be taken up within 48 hours of Pangong pullback. ਵੈਲ ਇਹ ਜਿਹੜਾ ਪੁਆਇੰਟ ਸੀਗਾ ਇਹ ਗਵਰਨਮੈਂਟ ਨੇ ਵੀ ਰੱਖਿਆ ਹੈ। ਉਸ ਤੋਂ ਬਾਅਦ ਜਿਹੜਾ ਇਹ ਅਜੇ ਵੀ ਜਿਹੜੀ ਡਿਸਕਸ਼ਨ ਹੈ ਉਹ ਲਗਾਤਾਰ ਗਮਾ ਗਹਿਮੀ ਦੇ ਵਿੱਚ ਹੈ। ਵੈਲ ਇਹ ਸੀ ਇੰਗਲਿਸ਼ ਟ੍ਰਿਬਿਊਨ। ਅੱਗੇ ਵਧਣਾ ਦੇਖਣਾ ਪੰਜਾਬੀ ਟ੍ਰਿਬਿਊਨ ਨੇ ਕੀ ਲਿਖਿਆ ਹੈ। ਵੈਲ ਪੰਜਾਬੀ ਟ੍ਰਿਬਿਊਨ ਨੇ ਜਿਹੜੀ ਅੱਜ ਹੈਡਲਾਈਨ ਬਣਾਈ ਹੈ ਉਹ ਖੇਤੀ ਕਾਨੂੰਨ ਨੂੰ ਲੈ ਕੇ ਬਣਾਈ ਹੈ। ਬਹੁਤ ਸਮਾਂ ਹੋ ਗਿਆ ਹੈ ਖੇਤੀ ਕਾਨੂੰਨ ਦੇ ਉੱਤੇ ਲਗਾਤਾਰ ਆਪਣੀ ਹੈਡਲਾਈਨਸ ਜਿਹੜੀਆਂ ਨੇ ਉਹ ਬਰਕਰਾਰ ਰੱਖਣੇ ਨੇ। ਕਾਨੂੰਨ ਰੱਦ ਕਰਨ ਦੇ ਭਰੋਸੇ ਮਗਰੋਂ ਹੀ ਗੱਲਬਾਤ ਕਿਸਾਨ ਆਗੂ ਨੇ ਕਹਿ ਦਿੱਤਾ ਕਿ ਜੇ ਤੁਸੀਂ ਕਾਨੂੰਨ ਜਿਹੜੇ ਨੇ ਰੱਦ ਕਰਨੇ ਹੈ ਤਾਂ ਹੀ ਕੋਈ ਗੱਲਬਾਤ ਹੋ ਸਕਦੀ ਹੈ, ਅਦਰਵਾਈਜ਼ ਕੋਈ ਗੱਲਬਾਤ ਨਹੀਂ ਹੋ ਸਕਦੀ। ਕਿਸਾਨ ਜਥੇਬੰਦੀਆਂ 11ਵੇਂ ਗੇੜ ਦੀ ਵਾਰਤਾ ਦੌਰਾਨ ਵਿਵਾਦਤ ਨੁਕਤਿਆਂ ਦੀ ਨਹੀਂ ਦੇ ਸਕੀਆਂ ਕੋਈ ਜਾਣਕਾਰੀ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਸਟੇਟਮੈਂਟ ਦਿੱਤੀ ਹੈ। ਇਸ ਤੋਂ ਇਲਾਵਾ ਲਿਖਿਆ ਹੈ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਨਾ ਦੇਣ ਦਾ ਬਿਆਨ ਸ਼ਰਮਨਾਕ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਅੰਦੋਲਨ ਦੌਰਾਨ ਹੁਣ ਤੱਕ 228 ਕਿਸਾਨ ਸ਼ਹੀਦੀ ਪਾ ਚੁੱਕੇ ਨੇ। ਉਹਨਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸਰਕਾਰ ਸੰਸਦ 'ਚ ਆਖ ਰਹੀ ਹੈ ਕਿ ਉਸ ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ ਸਹਾਇਤਾ ਦੇਣ ਦੀ ਕੋਈ ਯੋਜਨਾ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਵੀ ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਹੈ ਅਤੇ ਉਹ ਸਰਕਾਰ ਦੀ ਅਨਸੰਵੇਦਨਸ਼ੀਲਤਾ ਤੋਂ ਬੜੇ ਹੀ ਦੁਖੀ ਨੇ। ਵੈਲ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਗੱਲ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਇਹਨਾਂ ਨੇ ਵਿੱਤ ਮੰਤਰਾਲੇ ਨੂੰ ਲੈ ਕੇ ਇੱਕ ਹੈਡਲਾਈਨ ਬਣਾਈ ਹੈ। ਲਿਖਿਆ ਹੈ ਝੂਠਾ ਬਿਰਤਾਂਤ ਸਿਰਜ ਰਹੀ ਹੈ ਵਿਰੋਧੀ ਧਿਰ ਨਿਰਮਲਾ ਸੀਤਾਰਮਨ। ਵੈਲ ਰਾਜ ਸਭਾ 'ਚ ਬਹਿਸ ਦੌਰਾਨ ਦਿੱਤਾ ਵਿਰੋਧੀ ਧਿਰ ਨੂੰ ਜਵਾਬ। ਦੇਸ਼ ਦੇ ਆਤਮ ਨਿਰਭਰਤਾ ਵੱਲ ਵਧਣ ਦਾ ਦਾਅਵਾ। ਵੈਲ ਸਭ ਨੂੰ ਪਤਾ ਹੈ ਕਿ ਜਿਹੜਾ ਬਜਟ ਸੀਗਾ ਉਹਦੇ ਵਿੱਚ ਕੁਝ ਵੀ ਕੰਕਰੀਟ ਨਹੀਂ ਸੀਗਾ। ਐਂ ਲੱਗ ਰਿਹਾ ਸੀ ਕਿ ਨਵੇਂ ਲਿਫਾਫੇ ਦੇ ਵਿੱਚ ਪੁਰਾਣੀ ਚਿੱਠੀ ਪਾ ਕੇ ਉਹਨੂੰ ਪੜ੍ਹ ਦਿੱਤਾ ਗਿਆ ਹੈ। ਇਸ ਉੱਤੇ ਲਗਾਤਾਰ ਬਹਿਸ ਹੋ ਰਹੀ ਹੈ ਰਾਜ ਸਭਾ ਦੇ ਵਿੱਚ ਵੀ, ਲੋਕ ਸਭਾ ਦੇ ਵਿੱਚ ਵੀ। ਅੱਜ ਉਹਦੇ 'ਤੇ ਖੁੱਲ੍ਹ ਕੇ ਬਿਆਨ ਨੂੰ ਇਹਨਾਂ ਨੇ ਆਪਣੀ ਹੈਡਲਾਈਨ ਬਣਾਇਆ ਹੈ। ਵੈਲ ਇੱਦਾਂ ਮੈਂ ਜੇ ਪਹਿਲਾ ਪੈਰਾ ਪੜ੍ਹਾਂ ਤਾਂ ਸਭ ਕੁਝ ਕਲੀਅਰ ਹੁੰਦਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰ ਵੱਲੋਂ ਗਰੀਬਾਂ ਲਈ ਕੰਮ ਕਰਨ, ਮੁਫਤ ਰਾਸ਼ਨ ਤੇ ਰਸੋਈ ਗੈਸ ਮੁਹੱਈਆ ਕਰਨ ਦਾ ਦਾਅਵਾ ਕਰਦਿਆਂ ਵਿਰੋਧੀ ਪਾਰਟੀਆਂ ਦੇ ਮੋਦੀ ਸਰਕਾਰ ਬਾਰੇ ਝੂਠੇ ਬਿਰਤਾਂਤ ਸਿਰਜਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਹਨਾਂ ਦਾ ਅਗਲੇ ਵਿੱਤੀ ਵਰ੍ਹੇ ਲਈ ਐਲਾਨ ਬਜਟ ਦੇਸ਼ ਨੂੰ ਸਥਿਰ ਵਿਕਾਸ ਮੁਹੱਈਆ ਕਰਵਾਵੇਗਾ। ਵੈਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਹ ਮੁਲਕ ਜਿੱਥੇ ਤੁਹਾਨੂੰ ਅਜੇ ਵੀ ਆਪਣੇ ਦੇਸ਼ ਵਾਸੀਆਂ ਨੂੰ ਫ੍ਰੀ ਅਨਾਜ ਵੰਡਣਾ ਪਵੇ, ਇਹਦਾ ਮਤਲਬ ਤੁਸੀਂ ਸਕਸੈਸ ਨਹੀਂ ਹੋਏ। ਤੁਹਾਡੀਆਂ ਪਾਲਿਸੀਆਂ ਜਿਹੜੀਆਂ ਨੇ ਅਪ ਟੂ ਦਾ ਮਾਰਕ ਨਹੀਂ ਹੈ, ਕਿਉਂਕਿ ਕਿਸੇ ਨੂੰ ਫ੍ਰੀ ਦੇ ਵਿੱਚ ਅਨਾਜ ਵੰਡਣ ਦੀ ਬਜਾਏ ਉਹਨੂੰ ਰੋਜ਼ਗਾਰ ਦੇਣਾ ਚਾਹੀਦਾ ਤਾਂ ਜੋ ਉਹ ਗ੍ਰੇਨ ਮਾਰਕੀਟ ਜਾਏ, ਖਰੀਦੇ ਆਪਣੀ ਮਨਪਸੰਦ ਦਾ ਅਨਾਜ ਔਰ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਵੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਕਿੰਨਾ ਕੁ ਗਲਤ ਹੈ। ਇਸ ਤੋਂ ਇਲਾਵਾ ਜੇ ਇਸ ਪੇਜ ਦੀ ਗੱਲ ਕਰਾਂ, ਪੰਜਾਬੀ ਟ੍ਰਿਬਿਊਨ ਦੀ ਗੱਲ ਕਰਾਂ ਤਾਂ ਬਹੁਤ ਸਾਰੀਆਂ ਹੋਰ ਖਬਰਾਂ ਵੀ ਨੇ। ਰਾਜੋਆਣ ਮਾਮਲਾ ਸੁਪਰੀਮ ਕੋਰਟ ਨੇ ਕੇਂਦਰ ਨੂੰ 6 ਹਫ਼ਤਿਆਂ ਦਾ ਦਿੱਤਾ ਸਮਾਂ। ਵੈਲ ਰਾਜੋਆਣ ਮਾਮਲਾ ਜਿਹੜਾ ਹੈ ਲਗਾਤਾਰ ਤੂਲ ਫੜ ਰਿਹਾ ਹੈ। ਜਾਂ ਤਾਂ ਇਹ ਕਹਿ ਰਿਹਾ ਜਾ ਰਿਹਾ ਹੈ ਕਿ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜੋਆਣ ਮਾਮਲੇ ਦੇ ਉੱਤੇ ਸਰਕਾਰ ਆਪਣੀ ਜਿਹੜੀ ਇੱਕ ਕਹਿ ਲਓ ਕਿ ਸੁਪਰੀਮ ਕੋਰਟ ਦੇ ਨਾਲ ਗੱਲਬਾਤ ਕਰ ਰਹੀ ਹੈ। ਵੈਲ ਇਸ ਤੋਂ ਇਲਾਵਾ ਜੇ ਮੈਂ ਪੜ੍ਹਾਂ ਬਹੁਤ ਸਾਰੀਆਂ ਹੋਰ ਹੈਡਲਾਈਨਸ ਜਿਹੜੇ ਨੇ। ਮੋਦੀ ਕਿਸਾਨਾਂ ਨੂੰ ਤਾਂ ਧਮਕੀਆਂ ਦੇ ਰਹੇ ਨੇ ਪਰ ਚੀਨ ਮੋਰੇ ਨਹੀਂ ਖੜ ਸਕੇ ਰਾਹੁਲ। ਇਹ ਰਾਹੁਲ ਸਾਹਿਬ ਦਾ ਬਿਆਨ ਹੈ। ਇਸ ਤੋਂ ਇਲਾਵਾ ਅੱਗੇ ਵਧਦਾ ਮੈਂ ਹਿੰਦੁਸਤਾਨ ਟਾਈਮਸ ਵੱਲ ਦੇਖਦੇ ਹਾਂ, ਉਹਨਾਂ ਨੇ ਕੀ ਲਿਖਿਆ। ਵੈਲ ਹਿੰਦੁਸਤਾਨ ਟਾਈਮਸ ਨੇ ਅੱਜ ਆਪਣੀ ਹੈਡਲਾਈਨ ਜਿਹੜੀ ਹੈ ਉਹ ਹੈਲਥ ਨੂੰ ਰਿਲੇਟਡ ਬਣਾਈ ਹੈ। ਇੰਡੀਆ ਬਿਗਨਸ ਰੋਲ ਆਊਟ ਆਫ ਸੈਕਿੰਡ ਸ਼ਾਟ ਟੁਡੇ। ਇੰਡੀਆ ਜਿਹੜਾ ਹੈ ਕਰੋਨਾ ਵਾਇਰਸ ਦਾ ਸੈਕਿੰਡ ਸ਼ਾਟ ਜਿਹੜਾ ਹੈ ਉਹ ਰੋਲ ਆਊਟ ਕਰਨ ਜਾ ਰਹੀ ਹੈ ਤੇ ਉਸ ਦੇ ਉੱਤੇ ਇਹਨਾਂ ਨੇ ਹੈਡਲਾਈਨ ਬਣਾਈ ਹੈ। ਲਿਖ ਰਹੇ ਨੇ ਨਿਊ ਦਿੱਲੀ, ਇੰਡੀਆ ਵਿਲ ਬਿਗਨ ਐਡਮਿਨਿਸਟ੍ਰੇਟਿੰਗ ਸੈਕਿੰਡ ਡੋਜ਼ ਔਨ ਸੈਟਰਡੇ ਟੂ people who got a coronavirus vaccine 28 days ago when the drive was launched, sending automated SMS message as well as using direct phone calls to make sure eligible candidate turn up for what will be a new logistical challenge for a campaign. ਵੈਲ ਅਸੀਂ ਜਦੋਂ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਜਿਹੜੇ ਲੋਕ ਨੇ ਉਹਨਾਂ ਨੇ ਇਹ ਅਵੋਇਡ ਕਰ ਦਿੱਤਾ ਸੀ ਕਿ ਅਸੀਂ ਇਹ ਚੀਜ਼ ਜਿਹੜੀ ਹੈ ਲਗਾਵਾਂਗੇ ਨਹੀਂ, ਯਾਨੀ ਕਿ ਕਰੋਨਾ ਵਾਇਰਸ ਦੀ ਮੈਡੀਸਿਨ ਜਾਂ ਸ਼ਾਟ ਅਸੀਂ ਲਾ ਹੀ ਲਵਾਂਗੇ। ਰੀਜ਼ਨ ਅਗੇਨ ਉਹੀ ਹੈ ਕਿ ਕੋਈ ਵੀ ਪੋਲੀਟੀਕਲ ਵੱਡਾ ਨੇਤਾ ਜਿਹੜਾ ਹੈ ਉਹ ਪਬਲਿਕਲੀ ਸ਼ਾਟ ਲੈਂਦਾ ਨਜ਼ਰ ਨਹੀਂ ਆਇਆ ਸੀ। ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਵੈਲ ਇਹ ਖਬਰ ਜਿਹੜੀ ਹੈ ਹਿੰਦੁਸਤਾਨ ਟਾਈਮਸ ਨੇ ਛਾਪੀ ਹੈ। ਅੱਗੇ ਵਧਣਾ ਤੇ ਦੇਖਦਾ ਨਵਾਂ ਜ਼ਮਾਨਾ ਨੇ ਆਪਣੀ ਕਿਹੜੀ ਹੈਡਲਾਈਨ ਬਣਾਈ ਹੈ। ਨਵਾਂ ਜ਼ਮਾਨਾ ਦੀ ਹੈਡਲਾਈਨ ਹੈ ਸਰਕਾਰ ਨੇ ਫੁੱਟ ਪਾਉਣ ਦੇ ਬਥੇਰੇ ਯਤਨ ਕੀਤੇ ਪਰ ਅਸੀਂ ਹੋਰ ਮਜ਼ਬੂਤ ਹੋ ਕੇ ਉਭਰੇ, ਰਾਕੇਸ਼ ਟਕੈਤ। ਲਗਾਤਾਰ ਹੀਰੋ ਨੇ ਇਹ ਪੂਰੇ ਸੰਘਰਸ਼ ਦੇ ਵਿੱਚ ਔਰ ਪਿੱਛੇ ਜੇ ਖਬਰਾਂ ਵੀ ਆਉਂਦੀਆਂ ਸੀ ਕਿ 26 ਜਨਵਰੀ ਤੋਂ ਬਾਅਦ ਜਥੇਬੰਦੀਆਂ ਟੁੱਟ ਗਈਆਂ ਨੇ, ਸੰਯੁਕਤ ਮੋਰਚਾ ਰਿਹਾ ਹੀ ਨਹੀਂ ਹੈ, ਉਹਦੇ ਵਿੱਚ ਬੜੀ ਦਰਾਰਾਂ ਆ ਗਈਆਂ ਨੇ। ਪਰ ਹੁਣ ਲਗਾਤਾਰ ਮਹਾਪੰਚਾਇਤਾਂ ਦੇ ਵਿੱਚ ਇਹ ਕਲੀਅਰ ਕਰ ਦਿੱਤਾ ਜਦੋਂ ਸਾਰੇ ਲੀਡਰ ਇਕੱਠੇ ਸਟੇਜ 'ਤੇ ਆਉਂਦੇ ਨੇ ਔਰ ਆਪਣਾ ਵਿਚਾਰ ਪੇਸ਼ ਰੱਖਦੇ ਨੇ ਔਰ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਸਾਥ ਹਾਂ, ਕਿਸਾਨੀ ਅੰਦੋਲਨ ਅਸੀਂ ਲੜ ਕੇ ਜਿੱਤ ਕੇ ਜਿਹੜਾ ਹੈ ਵਾਪਸ ਆਵਾਂਗੇ। ਖੇਤੀ ਕਾਨੂੰਨਾਂ ਖਿਲਾਫ ਲਾਮਬੰਦੀ ਤਹਿਤ ਸ਼ੁੱਕਰਵਾਰ ਨੂੰ ਦਲਾਲ ਖਾਪ 84 ਵੱਲੋਂ ਹਰਿਆਣਾ ਦੇ ਬਹਾਦਰਗੜ੍ਹ ਵਿੱਚ
ਵਿਸ਼ਾਲ ਮਹਾਪੰਚਾਇਤ ਹੋਈ, ਜਿਸ ਵਿੱਚ ਬੀਬੀਆਂ ਵੀ ਭਾਰੀ ਗਿਣਤੀ 'ਚ ਪਹੁੰਚੀਆਂ। ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਰਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਤਾਂ ਤਰ੍ਹਾਂ ਦੇ ਅਫਵਾਹਾਂ ਉਡਾਈਆਂ ਗਈਆਂ ਨੇ। ਪਹਿਲਾਂ ਕਿਹਾ ਗਿਆ ਕਿ ਇਹ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ, ਉਹਨਾਂ ਨੂੰ ਖਾਲਿਸਤਾਨ ਤੱਕ ਗਰਦਾਨਿਆ ਗਿਆ। ਫਿਰ ਯੂਪੀ ਤੇ ਹਰਿਆਣਾ ਦੇ ਕਿਸਾਨ ਅੰਦੋਲਨ ਵਿੱਚ ਕੁੱਦੇ ਤਾਂ ਸਰਕਾਰ ਨੇ ਕਿਸਾਨਾਂ ਨੂੰ ਵੱਡੇ ਛੋਟੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਔਰ ਲਗਾਤਾਰ ਇਹਨਾਂ ਦਾ ਆਈਟੀ ਸੈੱਲ ਕੁਝ ਨਾ ਕੁਝ ਨਵਾਂ ਕੱਢ ਕੇ ਆ ਰਿਹਾ। ਇਸ ਖਬਰ ਦੇ ਵਿੱਚ ਇਹ ਲਿਖਿਆ ਸੀਗਾ। ਉਹਨਾਂ ਨੇ ਕਿਹਾ ਕਿ ਅਸੀਂ ਉੱਦਾਂ ਦੇ ਉੱਦਾਂ ਹੀ ਅਸੀਂ ਲਗਾਤਾਰ ਲੜ ਰਹੇ ਹਾਂ ਔਰ ਸਾਡਾ ਜਿਹੜਾ ਲੜ ਕੇ ਜਿੱਤ ਕੇ ਜਾਣ ਦਾ ਪੂਰਾ ਨਿਸ਼ਚਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਹੈਡਲਾਈਨ ਇਹਨਾਂ ਨੇ ਬਣਾਈਆਂ ਨੇ। ਇੱਕ ਜਿਹੜੀ ਮੈਨੂੰ ਲੱਗਦਾ ਕਿ ਪੜ੍ਹਨ ਵਾਲੀ ਹੈ, ਉਹ ਲਿਖਿਆ ਪਗੜੀ ਮਤ ਦੇਖਣਾ ਮੈਂ ਹਰਿਆਣਾ का ही हूँ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਆਰਐਸਐਸ ਵਾਲੇ ਆਜ਼ਾਦੀ ਦੇ ਖਿਲਾਫ ਸਨ, ਇਹਨਾਂ ਦਾ ਦੇਸ਼ ਦੀ ਆਜ਼ਾਦੀ ਵਿੱਚ ਕੋਈ ਯੋਗਦਾਨ ਨਹੀਂ। ਅੱਜ ਇਹ ਦੇਸ਼ ਦੇ ਠੇਕੇਦਾਰ ਬਣੇ ਫਿਰਦੇ ਨੇ, ਅੱਜ ਇਹ ਸਾਨੂੰ ਲੜਾ ਰਹੇ ਨੇ। ਸਾਡੀ ਲੜਾਈ ਆਰਥਿਕ ਆਜ਼ਾਦੀ ਦੀ ਹੈ। ਮੋਦੀ ਝੂਠੇ ਹਨ ਅਤੇ ਹਮੇਸ਼ਾ ਰਹਿਣਗੇ। ਭਾਜਪਾ ਤੇ ਜਜ਼ਬਾ ਵਾਲਿਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਸਰਕਾਰ ਹੁਣ ਵੀ ਮੰਨ ਜਾਵੇ। ਵੈਲ, ਇੱਕ ਬਹੁਤ ਵੱਡੀ ਸਟੇਟਮੈਂਟ ਹੈ। ਗੁਰਨਾਮ ਚੜੂਨੀ ਜਿਹੜੇ ਕਿ ਇੱਕ ਬਹੁਤ ਵੱਡੇ ਨੇਤਾ ਉੱਭਰੇ ਨੇ ਇਸ ਪੂਰੇ ਅੰਦੋਲਨ ਦੇ ਵਿੱਚੋਂ। ਇਹ ਸੀ ਮੇਰਾ ਅੱਜ ਦਾ ਅਖਬਾਰਨਾਮਾ। ਮੈਂ ਲਗਾਤਾਰ ਤੁਹਾਡੇ ਕੋਲੇ ਖਬਰਾਂ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਧੰਨਵਾਦ।